ਪਿਆਰੇ ਵਿਦਿਆਰਥੀਓ, ਤੁਹਾਡਾ ਇਸ ਆਨਲਾਈਨ ਕਲਾਸ ਵਿੱਚ ਸਵਾਗਤ ਹੈ। ਅੱਜ ਬੇਟਾ ਆਪਾਂ ਪੰਜਾਬੀ ਸੱਭਿਆਚਾਰ ਬਾਰੇ ਜਾਣਾਂਗੇ। ਪੰਜਾਬੀ ਸੱਭਿਆਚਾਰ ਪਾਠ ਤੁਹਾਡੀ ਪੰਜਾਬੀ ਪਾਠ ਪੁਸਤਕ ਵਿੱਚ ਦਰਜ ਪਹਿਲਾ ਪਾਠ ਹੈ। ਇਹ ਪਾਠ ਡਾਕਟਰ ਬਰਿੰਦਰ ਕੌਰ ਦੁਆਰਾ ਲਿਖਿਆ ਗਿਆ। ਡਾਕਟਰ ਬਰਿੰਦਰ ਕੌਰ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਕਾਰਜਾਂ ਨਾਲ ਜੁੜੇ ਹੋਏ ਆ। ਇਹਨਾਂ ਦੀਆਂ ਕਈ ਕਿਤਾਬਾਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਆ ਚੁੱਕੀਆਂ। ਇਹ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਆ। ਪੰਜਾਬੀ ਸੱਭਿਆਚਾਰ ਪਾਠ ਵਿੱਚ ਇਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਪੰਜਾਬੀ ਸੱਭਿਆਚਾਰ ਦਾ ਇਤਿਹਾਸਕ ਪਿਛੋਕੜ ਕੀ ਹੈ, ਸੱਭਿਆਚਾਰ ਅਤੇ ਉਪ ਸੱਭਿਆਚਾਰ ਵਿੱਚ ਕੀ ਅੰਤਰ ਹੁੰਦਾ ਅਤੇ ਪੰਜਾਬੀ ਸੱਭਿਆਚਾਰ ਦੇ ਉਹ ਕਿਹੜੇ ਲੱਛਣ ਹਨ ਜਿਹੜੇ ਇਸ ਨੂੰ ਬਾਕੀ ਸੰਸਾਰ ਦੇ ਸੱਭਿਆਚਾਰਾਂ ਤੋਂ ਵੱਖਰਾ ਕਰਦੇ ਆ। ਆਓ ਬੇਟਾ ਆਪਾਂ ਪਾਠ ਪੜ੍ਹੀਏ। ਪੰਜਾਬੀ ਸੱਭਿਆਚਾਰ ਨੂੰ ਜਾਣਨ ਤੋਂ ਪਹਿਲਾਂ ਜਾਣ ਲੈਣਾ ਜ਼ਰੂਰੀ ਹੈ ਕਿ ਸੱਭਿਆਚਾਰ ਕੀ ਹੁੰਦਾ। ਸੱਭਿਆਚਾਰ ਕਿਸੇ ਖਿੱਤੇ ਜਾਂ ਕਿਸੇ ਕੌਮ ਦੀ ਸਮੁੱਚੀ ਜੀਵਨ ਜਾਂਚ ਹੁੰਦੀ ਹੈ। ਕਿਸੇ ਖਾਸ ਇਲਾਕੇ ਦੇ ਵਿੱਚ ਰਹਿੰਦੇ ਲੋਕਾਂ ਦੀ ਸਮੁੱਚੀ ਜੀਵਨ ਜਾਂਚ ਨੂੰ ਸੱਭਿਆਚਾਰ ਕਿਹਾ ਜਾਂਦਾ। ਸੱਭਿਆਚਾਰ ਕਿਸੇ ਕੌਮ ਨਾਲ ਜੁੜੇ ਜਾਂ ਕਿਸੇ ਜਾਤੀ ਕੌਮ ਨਾਲ ਜੁੜੇ ਵੱਖ-ਵੱਖ ਵਿਚਾਰ, ਮਨੌਤਾਂ, ਰਹਿਣ ਸਹਿਣ, ਕਦਰਾਂ ਕੀਮਤਾਂ, ਖਾਣ ਪੀਣ, ਰੀਤੀ ਰਿਵਾਜ, ਪਹਿਰਾਵਾ, ਬੋਲੀ ਅਤੇ ਤਿੱਥ ਤਿਉਹਾਰ ਆਦਿ ਇਹ ਸਾਰਾ ਕੁਛ ਸੱਭਿਆਚਾਰ ਵਿੱਚ ਸ਼ਾਮਲ ਹੁੰਦਾ। ਓਪਰੀ ਨਜ਼ਰੇ ਵੇਖਿਆ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਲੱਗਦੀ ਆ, ਜਦੋਂ ਅਸੀਂ ਸੱਭਿਆਚਾਰ ਦਾ ਅਧਿਐਨ ਕਰਦੇ ਹਾਂ ਤਾਂ ਓਪਰੀ ਨਜ਼ਰੇ ਇਹ ਲੱਗਦਾ ਕਿ ਇਹ ਸਧਾਰਨ ਜਿਹੀ ਗੱਲ ਹੈ, ਲੇਕਿਨ ਇਸ ਦਾ ਅਧਿਐਨ ਕਰਨ ਤੋਂ ਪਤਾ ਲੱਗਦਾ ਹੈ ਕਿ ਸੱਭਿਆਚਾਰ ਇੱਕ ਬਹੁਤ ਗੁੰਝਲਦਾਰ ਅਤੇ ਬਹੁਤ ਜਟਿਲ ਵਰਤਾਰਾ। ਸੱਭਿਆਚਾਰ ਅਸਲ ਵਿੱਚ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ, ਸੱਭਿਆ ਪਲੱਸ ਆਚਾਰ। ਸੱਭਿਆ ਦਾ ਅਰਥ ਹੈ ਨਿਯਮਬੱਧਤਾ, ਜਦ ਕਿ ਆਚਾਰ ਦਾ ਅਰਥ ਹੈ ਆਚਰਨ, ਭਾਵ ਉਹ ਚਰਿੱਤਰ ਜੋ ਨਿਯਮਬੱਧਤਾ ਦਾ ਧਾਰਨੀ ਹੋਵੇ, ਉਸ ਨੂੰ ਸੱਭਿਆਚਾਰ ਕਿਹਾ ਜਾਂਦਾ। ਸੱਭਿਆਚਾਰ ਲਈ ਵੱਖ-ਵੱਖ ਭਾਸ਼ਾਵਾਂ ਵਿੱਚ ਵੱਖਰੇ ਵੱਖਰੇ ਨਾਂ ਨੇ, ਪਰ ਇਹਨਾਂ ਦਾ ਸ਼ਾਬਦਿਕ ਅਰਥ ਇੱਕੋ ਹੀ ਹੈ। ਨਿਯਮਬੱਧਤਾ ਵਿੱਚ ਵਿਅਕਤੀ ਵਿਸ਼ੇਸ਼ ਵੱਲੋਂ ਜਾਂ ਬਹੁਤ ਸਾਰੇ ਲੋਕਾਂ ਵੱਲੋਂ ਚੰਗੀ ਜੀਵਨ ਜਾਂਚ ਲਈ ਅਪਣਾਏ ਗਏ ਨੇਮਬੱਧ ਅਸੂਲ ਹੁੰਦੇ ਆ, ਜਿਨ੍ਹਾਂ ਨੂੰ ਸਾਰੇ ਲੋਕ ਪ੍ਰਵਾਨ ਕਰਦੇ ਆ। ਕੋਈ ਵੀ ਕੁਰੀਤੀ ਜਾਂ ਕੋਈ ਵੀ ਬੇਨਿਯਮੀ ਕਿਸੇ ਸੱਭਿਆਚਾਰ ਦਾ ਅੰਗ ਨਹੀਂ ਬਣ ਸਕਦੀ। ਸਮਾਜ ਇਸ ਕੁਰੀਤੀ ਨੂੰ ਜਾਂ ਬੇਨਿਯਮੀ ਨੂੰ ਪ੍ਰਵਾਨ ਨਹੀਂ ਕਰਦਾ ਅਤੇ ਸੱਭਿਆਚਾਰ ਸਿਰਫ ਸਮਾਜ ਵਿੱਚ ਰਹਿੰਦਿਆਂ ਹੋਇਆਂ ਹੀ ਗ੍ਰਹਿਣ ਕੀਤਾ ਜਾ ਸਕਦਾ। ਸਮਾਜ ਤੋਂ ਬਾਹਰ ਸੱਭਿਆਚਾਰ ਦੀ ਹੋਂਦ ਨਹੀਂ ਹੁੰਦੀ। ਇਹ ਕਿਹਾ ਜਾ ਸਕਦਾ ਹੈ ਕਿ ਸੱਭਿਆਚਾਰ ਲਈ ਕਿਸੇ ਸਮਾਜ ਦਾ ਹੋਣਾ ਜ਼ਰੂਰੀ ਹੈ। ਜੋ ਵੀ ਸਮਾਜ ਹੋਏਗਾ ਉਹਦਾ ਕੋਈ ਨਾ ਕੋਈ ਸੱਭਿਆਚਾਰ ਜ਼ਰੂਰ ਹੋਵੇਗਾ। ਇਸੇ ਆਧਾਰ 'ਤੇ ਹੀ ਮਨੁੱਖ ਨੂੰ ਸਮਾਜਿਕ ਪ੍ਰਾਣੀ ਵੀ ਕਿਹਾ ਜਾਂਦਾ। ਸੱਭਿਆਚਾਰ ਸ਼ਬਦ ਲਈ ਹਿੰਦੀ ਭਾਸ਼ਾ ਵਿੱਚ ਸੰਸਕ੍ਰਿਤੀ ਸ਼ਬਦ ਵਰਤਿਆ ਗਿਆ। ਸੰਸਕ੍ਰਿਤੀ ਸ਼ਬਦ ਸੰਸਕ੍ਰਿਤ ਤੋਂ ਲਿਆ ਗਿਆ। ਸੰਸਕ੍ਰਿਤ ਪੁਰਾਣੀ ਭਾਸ਼ਾ ਸੀ ਜਿਸ ਦਾ ਅਰਥ ਸੀ ਸਵਾਰੀ ਹੋਈ ਭਾਸ਼ਾ। ਅੰਗਰੇਜ਼ੀ ਭਾਸ਼ਾ ਵਿੱਚ ਸੱਭਿਆਚਾਰ ਲਈ ਵਰਤਿਆ ਜਾਣ ਵਾਲਾ ਸ਼ਬਦ ਕਲਚਰ ਹੈ, ਭਾਵ ਕਲਚਰ ਸ਼ਬਦ ਅੰਗਰੇਜ਼ੀ ਭਾਸ਼ਾ ਵਿੱਚ ਕਲਚਰ ਸ਼ਬਦ ਸੱਭਿਆਚਾਰ ਦੇ ਅਰਥਾਂ ਵਿੱਚ ਵਰਤਿਆ ਜਾਂਦਾ। ਇਹਦਾ ਭਾਵ ਇਹ ਹੈ ਟੂ ਕਲਟੀਵੇਟ ਲੈਂਡ, ਭਾਵ ਭੂਮੀ ਦੀ ਬਜਾਈ, ਅਰਥਾਤ ਉਹ ਪ੍ਰਕਿਰਿਆ ਜਿਸ ਰਾਹੀਂ ਮਨੁੱਖ ਆਪਣੇ ਆਪ ਨੂੰ ਵਾਤਾਵਰਨ ਅਨੁਸਾਰ ਢਾਲਦਾ। ਹਰੇਕ ਭਾਸ਼ਾ ਵਿੱਚ ਸੱਭਿਆਚਾਰ ਲਈ ਵੱਖ-ਵੱਖ ਨਾਮ ਵਰਤੇ ਗਏ ਹੈ, ਪਰ ਇਹਨਾਂ ਦਾ ਭਾਵ ਜਾਂ ਇਹਨਾਂ ਦਾ ਅਰਥ ਇੱਕੋ ਹੀ ਹੁੰਦਾ। ਮਨੁੱਖ ਸਮਾਜ ਵਿੱਚ ਰਹਿੰਦਿਆਂ ਹੋਇਆਂ ਜਿਨ੍ਹਾਂ ਸਮਾਜਿਕ ਲੋੜਾਂ ਅਨੁਸਾਰ ਰੀਤੀ ਰਿਵਾਜਾਂ ਨੂੰ ਕਿਸੇ ਨਿਯਮ ਅਧੀਨ, ਕਿਸੇ ਅਸੂਲ ਅਧੀਨ ਗ੍ਰਹਿਣ ਕਰਦਾ, ਉਹਨੂੰ ਸੱਭਿਆਚਾਰ ਕਿਹਾ ਜਾਂਦਾ। ਪੰਜਾਬੀ ਸੱਭਿਆਚਾਰ ਦਾ ਇਤਿਹਾਸਕ ਪਿਛੋਕੜ ਕੀ ਆ ਜਾਂ ਇਹਦੀ ਵਰਗ ਵੰਡ ਕੀ ਹੈ ਬੇਟਾ, ਇਹਦੇ ਬਾਰੇ ਵੀ ਆਪਾਂ ਜਾਣਾਂਗੇ। ਭਾਰਤ ਅਨੇਕਤਾ ਵਿੱਚ ਏਕਤਾ ਵਾਲਾ ਮੁਲਕ ਆ। ਇੱਥੇ ਵੱਖ-ਵੱਖ ਜਾਤਾਂ,
ਵੱਖ-ਵੱਖ ਧਰਮਾਂ, ਵੱਖ-ਵੱਖ ਕੌਮਾਂ ਦੇ ਲੋਕ ਰਹਿੰਦੇ ਆ। ਇਹ ਇੱਕ ਅਜਿਹਾ ਦੇਸ਼ ਹੈ ਜਿੱਥੇ ਵੱਖ-ਵੱਖ ਸੱਭਿਆਚਾਰ ਵੀ ਮਿਲਦੇ ਆ। ਇੱਥੇ ਵੱਖ-ਵੱਖ ਰਾਜਾਂ ਦੀਆਂ ਆਪੋ ਆਪਣੀਆਂ ਭਾਸ਼ਾਵਾਂ ਨੇ, ਬੋਲੀਆਂ ਨੇ, ਰਹਿਣ ਸਹਿਣ ਵੀ ਵੱਖਰਾ ਵੱਖਰਾ ਹੈ, ਖਾਣ ਪੀਣ, ਪਹਿਰਾਵਾ ਇਹ ਇੱਕ ਦੂਜੇ ਨਾਲ ਨਹੀਂ ਮਿਲਦਾ। ਇਸ ਅਨੇਕਤਾ ਦੇ ਹੁੰਦਿਆਂ ਵੀ ਭਾਰਤੀ ਸੱਭਿਆਚਾਰ ਦੇ ਰੂਪ ਵਿੱਚ ਇਹ ਏਕਤਾ ਕਾਇਮ ਹੈ। ਬੇਸ਼ੱਕ ਵੱਖਰੇ ਵੱਖਰੇ ਰਾਜ ਨੇ, ਇਹਨਾਂ ਵੱਖਰੇ ਵੱਖਰੇ ਰਾਜਾਂ ਦੇ ਆਪੋ ਆਪਣੇ ਸੱਭਿਆਚਾਰ ਨੇ, ਪਰ ਇਹ ਸਾਰੇ ਸੱਭਿਆਚਾਰ ਜਿਨ੍ਹਾਂ ਨੂੰ ਉਪ ਸੱਭਿਆਚਾਰ ਕਿਹਾ ਜਾਂਦਾ ਹੈ, ਇਹ ਭਾਰਤੀ ਸੱਭਿਆਚਾਰ ਦੇ ਰੂਪ ਵਿੱਚ ਇੱਕ ਰੂਪ ਵਿੱਚ ਵੀ ਸ਼ਾਮਲ ਹੁੰਦੇ ਆ। ਉਪ ਸੱਭਿਆਚਾਰ ਦਰਅਸਲ ਸੱਭਿਆਚਾਰ ਦਾ ਹੀ ਹਿੱਸਾ ਹੁੰਦਾ ਹੈ। ਫਰਕ ਕੇਵਲ ਇੰਨਾ ਹੁੰਦਾ ਹੈ ਕਿ ਜਿੱਥੇ ਸੱਭਿਆਚਾਰ ਦਾ ਸੰਬੰਧ ਕਿਸੇ ਵੱਡੇ ਜਨ ਸਮੂਹ ਨਾਲ ਜਾਂ ਸਮਾਜ ਨਾਲ ਹੁੰਦਾ ਹੈ, ਉੱਥੇ ਉਪ ਸੱਭਿਆਚਾਰ ਦਾ ਸੰਬੰਧ ਛੋਟੇ ਛੋਟੇ ਸਥਾਨਕ ਖਿੱਤਿਆਂ ਸਮੂਹਾਂ ਨਾਲ ਹੁੰਦਾ। ਉਦਾਹਰਨ ਦੇ ਤੌਰ 'ਤੇ ਜੇ ਭਾਰਤੀ ਸੱਭਿਆਚਾਰ ਦੇ ਸੰਬੰਧ ਵਿੱਚ ਵੇਖਿਆ ਜਾਵੇ ਤਾਂ ਬੰਗਾਲੀ, ਪੰਜਾਬੀ, ਗੁਜਰਾਤੀ, ਮਰਾਠੀ ਆਦਿ ਇੱਥੋਂ ਦੇ ਉਪ ਸੱਭਿਆਚਾਰ ਨੇ। ਉੱਥੇ ਇਹ ਸੱਭਿਆਚਾਰ ਆਪੋ ਆਪਣੇ ਖਿੱਤਿਆਂ ਵਿੱਚ ਮੂਲ ਸੱਭਿਆਚਾਰ ਵੀ ਨੇ। ਜਾਂ ਇਹ ਕਹਿ ਲਿਆ ਜਾਵੇ ਜੇ ਬੰਗਾਲੀ, ਪੰਜਾਬੀ, ਗੁਜਰਾਤੀ ਭਾਰਤੀ ਸੱਭਿਆਚਾਰ ਦੇ ਉਪ ਸੱਭਿਆਚਾਰ ਨੇ, ਤਾਂ ਬੰਗਾਲੀ, ਪੰਜਾਬੀ ਆਪੋ ਆਪਣੇ ਖੇਤਰਾਂ ਵਿੱਚ ਮੂਲ ਸੱਭਿਆਚਾਰ ਵੀ ਨੇ। ਇਸ ਗੱਲ ਨੂੰ ਹੋਰ ਸੌਖੇ ਤਰੀਕੇ ਨਾਲ ਸਮਝਣ ਲਈ ਇਹ ਕਿਹਾ ਜਾ ਸਕਦਾ ਹੈ ਕਿ ਮੰਨ ਲਓ ਪੰਜਾਬ ਰਾਜ ਦਾ ਆਪਣਾ ਪੰਜਾਬੀ ਸੱਭਿਆਚਾਰ ਹੈ, ਉੱਥੇ ਇਸ ਦੇ ਵੱਖ-ਵੱਖ ਭੂਗੋਲਿਕ ਖਿੱਤੇ ਵੀ ਹੈ, ਜਿਵੇਂ ਮਾਲਵਾ, ਮਾਝਾ, ਦੁਆਬਾ, ਪੁਆਧ। ਇਹਨਾਂ ਵਿੱਚ ਥੋੜ੍ਹੀਆਂ ਥੋੜ੍ਹੀਆਂ ਇਲਾਕਾਈ ਵਿਸ਼ੇਸ਼ਤਾਵਾਂ, ਵੱਖਰਤਾ ਕਾਰਨ ਇਹਨਾਂ ਸਭ ਖੇਤਰਾਂ ਨੂੰ ਮਾਝੀ, ਮਲਵਈ, ਦੁਆਬੀ, ਪੁਆਧੀ ਉਪ ਸੱਭਿਆਚਾਰ ਵੀ ਕਿਹਾ ਜਾਂਦਾ। ਉਹ ਕਿਹਾ ਜਾ ਸਕਦਾ ਹੈ ਕਿ ਸਮਾਜ ਵਿੱਚ ਰਹਿੰਦਿਆਂ, ਜਿਹੜੇ ਸਮਾਜ ਵਿੱਚ ਅਸੀਂ ਰਹਿੰਦੇ ਹੁੰਦੇ ਹਾਂ, ਉਹਦੇ ਵਿੱਚ ਵੱਖ-ਵੱਖ ਜਾਤਾਂ ਦੇ ਜਾਂ ਕਿੱਤਿਆਂ ਕਰਕੇ, ਜ਼ੁਬਾਨਾਂ ਕਰਕੇ, ਧਰਮਾਂ ਕਰਕੇ ਛੋਟੇ ਛੋਟੇ ਸਮੂਹ ਜਾਂ ਵਰਗ ਬਣ ਜਾਂਦੇ ਹੈ। ਇਹ ਸਮੂਹ ਜਾਂ ਵਰਗ ਹੀ ਉਪ ਸੱਭਿਆਚਾਰ ਨੂੰ ਜਨਮ ਦਿੰਦੇ ਹੈ, ਜਿਹੜੇ ਮੂਲ ਸੱਭਿਆਚਾਰ ਦਾ ਹਿੱਸਾ ਹੁੰਦਾ। ਜੇਕਰ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਇਹ ਛੋਟੇ ਜਿਹੇ ਖੇਤਰਫਲ ਵਿੱਚ ਪਸਰਿਆ ਹੋਇਆ। ਇੱਥੋਂ ਦੇ ਰਹਿਣ ਵਾਲੇ ਪੰਜਾਬੀ ਲੋਕ ਹੈ। ਪੰਜਾਬ ਭਾਰਤ ਦੇ ਪ੍ਰਵੇਸ਼ ਦੁਆਰ ਜਾਂ ਭਾਰਤ ਦਾ ਸਰਹੱਦੀ ਸੂਬਾ ਹੈ। ਸੰਸਾਰ ਵਿੱਚ ਪੰਜਾਬ ਦੀ ਅਤੇ ਪੰਜਾਬੀ ਲੋਕਾਂ ਦੀ ਵੱਖਰੀ ਪਛਾਣ ਹੈ। ਆਮ ਤੌਰ 'ਤੇ ਇਹ ਗੱਲ ਕਹੀ ਜਾਂਦੀ ਹੈ ਕਿ ਆਲੂ ਅਤੇ ਪੰਜਾਬੀ ਦੁਨੀਆ ਦੇ ਹਰੇਕ ਕੋਨੇ 'ਚ ਮਿਲ ਜਾਂਦੇ ਆ। ਪੰਜਾਬੀਆਂ ਦੀ ਇਸ ਵੱਖਰੀ ਪਛਾਣ ਕਰਕੇ ਪੰਜਾਬੀ ਸੱਭਿਆਚਾਰ ਦੇ ਕੁਝ ਵੱਖਰੇ ਪਛਾਣ ਚਿੰਨ੍ਹ ਵੀ ਹੈ। ਇਹ ਮੱਤ ਸਰਵ ਪ੍ਰਮਾਣਿਤ ਹੈ ਕਿ ਭਾਰਤੀ ਸੱਭਿਆਚਾਰ ਅਸਲ ਵਿੱਚ ਪੰਜਾਬੀ ਸੱਭਿਆਚਾਰ ਦੀ, ਭਾਰਤੀ ਸੱਭਿਆਚਾਰ ਦੀ ਜਾਂ ਪੰਜਾਬੀ ਸੱਭਿਆਚਾਰ ਦੀ ਜਿਹੜੀ ਧਾਰਾ ਹੈ ਉਹ ਆਰੀਆ ਜਾਤੀ ਦੇ ਇਤਿਹਾਸ ਨਾਲ ਜੁੜੀ ਹੋਈ ਹੈ। ਵੈਦਿਕ ਸੱਭਿਆਚਾਰ ਦਾ ਮਹਾਨ ਗ੍ਰੰਥ ਰਿਗਵੇਦ, ਇਹ ਵੀ ਪੰਜਾਬ ਦੇ ਕੰਢਿਆਂ 'ਤੇ ਰਚਿਆ ਗਿਆ। ਇਹ ਸੰਸਾਰ ਦਾ ਸਭ ਤੋਂ ਪੁਰਾਣਾ ਗ੍ਰੰਥ ਹੈ। ਪੰਜਾਬੀ ਸੱਭਿਆਚਾਰ ਕਿਉਂਕਿ ਭਾਰਤੀ ਸੱਭਿਆਚਾਰ ਦਾ ਪਹਿਲਾ ਪੜਾਅ ਮੰਨਿਆ ਜਾਂਦਾ ਹੈ, ਇਸ ਲਈ ਇੱਥੋਂ ਦਾ ਭੂਗੋਲ, ਇਤਿਹਾਸ, ਰਾਜਨੀਤੀ ਅਤੇ ਆਰਥਿਕਤਾ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਆ। ਪੰਜਾਬ ਨਾ ਸਿਰਫ ਹਿੰਦੁਸਤਾਨ ਦਾ ਪ੍ਰਵੇਸ਼ ਦੁਆਰ ਰਿਹਾ, ਸਗੋਂ ਹਿੰਦੁਸਤਾਨ ਦੇ ਨਾਮਕਰਨ ਵਿੱਚ, ਜਾਣੀ ਹਿੰਦੁਸਤਾਨ ਦੇ ਨਾਮ ਵਿੱਚ ਵੀ ਇਹਦੇ ਖਿੱਤੇ ਦੀ ਬੜੀ ਵਰਣਨਯੋਗ ਭੂਮਿਕਾ। ਰਿਗਵੇਦ ਕਾਲ ਵਿੱਚ ਪੰਜਾਬ 'ਚ 7 ਦਰਿਆ ਵਗਦੇ ਸੀ। ਉਸ ਸਮੇਂ ਪੂਰੇ ਭਾਰਤ ਨੂੰ ਸਪਤ ਸਿੰਧੂ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਸਮੇਂ ਦੇ ਬੀਤਣ ਨਾਲ ਮਹਾਂਭਾਰਤ ਕਾਲ ਵਿੱਚ ਪੰਜਾਬ ਨੂੰ ਪੰਜ ਨਦ ਕਿਹਾ ਜਾਣ ਲੱਗ ਪਿਆ। ਉਦੋਂ ਪੰਜਾਬ ਵਿੱਚ 5 ਦਰਿਆ ਵਗਦੇ ਹੁੰਦੇ ਸੀ, ਪੰਜ ਨਦ, ਇਸ ਲਈ ਪੰਜ ਨਦ ਕਿਹਾ ਜਾਣ ਲੱਗ ਪਿਆ। ਜਦੋਂ ਮੁਸਲਮਾਨ ਲੋਕ ਭਾਰਤ ਵਿੱਚ ਆਏ ਤਾਂ ਉਹਨਾਂ ਦੀ ਜਿਹੜੀ ਭਾਸ਼ਾ ਉਹ ਫਾਰਸੀ ਸੀ। ਪੰਚਨਦ ਸ਼ਬਦ ਨੂੰ ਜਦੋਂ ਉਹਨਾਂ ਨੇ ਫਾਰਸੀ ਭਾਸ਼ਾ ਵਿੱਚ ਅਨੁਵਾਦ ਕੀਤਾ ਤਾਂ ਉਹ 5 + ਆਬ ਪੰਜਾਬ ਬਣ ਗਿਆ। ਪੰਜਾਬ ਦਾ ਮੌਜੂਦਾ ਨਾਂ ਮੁਸਲਮਾਨਾਂ ਦੇ ਇੱਥੇ ਆਉਣ ਨਾਲ ਫਾਰਸੀ ਭਾਸ਼ਾ ਦੇ ਅਨੁਵਾਦ ਕਰਕੇ ਪੰਜਾਬ ਪਿਆ ਹੈ, ਕਿਉਂਕਿ ਮੁਸਲਮਾਨਾਂ ਦੇ ਸਮੇਂ ਵੀ ਜਾਂ ਮੁਗਲਾਂ ਦੇ ਸਮੇਂ ਵੀ ਪੰਜਾਬ ਵਿੱਚ 5 ਦਰਿਆ ਵਗਦੇ ਸੀ। 5 ਦਰਿਆਵਾਂ ਦੀ ਧਰਤੀ ਕਰਕੇ ਪੰਜਾਬ ਨੂੰ ਪੰਜਾਬ ਕਿਹਾ ਜਾਣ ਲੱਗ ਪਿਆ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਭਾਰਤੀ ਸੱਭਿਆਚਾਰ ਦੀਆਂ ਜਿਹੜੀਆਂ ਪ੍ਰਮੁੱਖ ਘਟਨਾਵਾਂ ਵਾਪਰੀਆਂ ਉਹ ਵੀ ਪੰਜਾਬ ਵਿੱਚ ਹੀ ਵਾਪਰੀਆਂ।
ਰਿਗਵੇਦ ਦੇ ਨਾਲ ਪਾਣਿਨੀ ਰਿਸ਼ੀ, ਜਿਸ ਨੇ ਅਸ਼ਟਾਧਿਆਏ ਨਾਂ ਦਾ ਵਿਆਕਰਨ ਦਾ ਬੜਾ ਮਹੱਤਵਪੂਰਨ ਗ੍ਰੰਥ ਲਿਖਿਆ ਸੀ, ਉਹ ਵੀ ਪੰਜਾਬ ਦੀ ਧਰਤੀ 'ਤੇ ਲਿਖਿਆ ਗਿਆ। ਤਕਸ਼ਿਲਾ ਮਹਾਨ ਵਿਸ਼ਵ ਵਿਦਿਆਲਿਆ ਦੀ ਜਿਹੜੀ ਸਥਾਪਨਾ ਉਹ ਵੀ ਪੰਜਾਬ ਦੀ ਧਰਤੀ 'ਤੇ ਹੋਈ। ਰਾਮਾਇਣ, ਭਗਵਤ ਗੀਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਗੇ ਮਹਾਨ ਗ੍ਰੰਥ ਪੰਜਾਬ ਦੀ ਧਰਤੀ 'ਤੇ ਰਚੇ ਗਏ ਆ। ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਇਹ ਅੱਜ ਦੇ ਅਜੋਕੇ ਪੰਜਾਬ ਵਿੱਚ ਨਹੀਂ ਵਾਪਰੀਆਂ, ਬਲਕਿ ਇਹ ਉਹ ਸਮਾਂ ਜਦੋਂ ਪੰਜਾਬ ਦੀਆਂ ਸੱਭਿਆਚਾਰਕ ਜਾਂ ਭੂਗੋਲਿਕ ਹੱਦਾਂ ਬਹੁਤ ਦੂਰ ਦੂਰ ਤੱਕ ਫੈਲੀਆਂ ਹੋਈਆਂ ਸੀ। ਜੇਕਰ ਤੁਸੀਂ ਇਸ ਨੂੰ 1947 ਪੰਜਾਬ ਦੇ 1947 ਦੇ ਨਕਸ਼ੇ ਵਿੱਚ ਵੇਖੋ ਤਾਂ ਪਤਾ ਲੱਗੇਗਾ ਕਿ 1947 ਤੋਂ ਪਹਿਲਾਂ ਪੰਜਾਬ ਦੀਆਂ ਜਿਹੜੀਆਂ ਹੱਦਾਂ ਉਹ ਬਹੁਤ ਦੂਰ ਦੂਰ ਤੱਕ ਫੈਲੀਆਂ ਹੋਈਆਂ ਸੀ। ਸੋ ਇਸ ਲਈ ਇਹ ਸਾਰੀਆਂ ਘਟਨਾਵਾਂ 47 ਤੋਂ ਪਹਿਲਾਂ ਵਾਲੇ ਪੰਜਾਬ ਵਿੱਚ ਵਾਪਰੀਆਂ। ਮੱਧਕਾਲ ਵਿੱਚ ਪੰਜਾਬ ਇਸਲਾਮ ਧਰਮ ਅਤੇ ਇਸਲਾਮਿਕ ਸੰਸਕ੍ਰਿਤੀ ਜਾਂ ਇਸਲਾਮਿਕ ਸੱਭਿਆਚਾਰ ਦਾ ਵੱਡਾ ਕੇਂਦਰ ਰਿਹਾ। ਇਹਦੇ ਸਿੱਟੇ ਵਜੋਂ ਪੰਜਾਬ ਦੀ ਵਸੋਂ ਦਾ ਬਹੁਤ ਵੱਡਾ ਹਿੱਸਾ ਮੁਸਲਮਾਨ ਜਾਂ ਇਸਲਾਮ ਧਰਮ ਨਾਲ ਜੁੜ ਗਿਆ। ਫਿਰ ਇਸਲਾਮਿਕ ਸੂਫੀ ਫਕੀਰਾਂ ਨੇ ਪੰਜਾਬੀ ਸੱਭਿਆਚਾਰ ਅਤੇ ਇਸਲਾਮੀ ਸੱਭਿਆਚਾਰ ਵਿੱਚ ਸੁਮੇਲ ਸਥਾਪਿਤ ਕਰਨ ਦਾ ਯਤਨ ਕੀਤਾ। ਫਿਰ ਗੁਰੂ ਸਾਹਿਬਾਂ ਨੇ ਆਪਣੀ ਮਾਨਵਵਾਦੀ ਨਰੋਈ ਮਾਨਵਵਾਦੀ ਸੋਚ ਨਾਲ ਨਵੇਂ ਸੱਭਿਆਚਾਰ ਦਾ ਨਿਰਮਾਣ ਕੀਤਾ, ਜਿਹੜਾ ਕਿ ਅੱਜ ਦੇ ਪੰਜਾਬੀ ਸੱਭਿਆਚਾਰ ਦਾ ਮੁੱਖ ਧੁਰਾ। ਪੰਜਾਬੀ ਸੱਭਿਆਚਾਰ ਨੇ ਇਤਿਹਾਸਕ ਸਫ਼ਰ ਵਿੱਚੋਂ ਗੁਜ਼ਰਦਿਆਂ ਪਹਿਲੋਂ 7 ਦਰਿਆਵਾਂ ਤੋਂ 5 ਦਰਿਆ, ਫਿਰ 5 ਦਰਿਆਵਾਂ ਤੋਂ ਅਜੋਕੇ 2.5 ਕੁ ਦਰਿਆਵਾਂ ਤੱਕ ਦਾ ਸਫ਼ਰ ਤੈਅ ਕੀਤਾ। 1947 ਦੀ ਦੇਸ਼ ਵੰਡ ਪੰਜਾਬੀਆਂ 'ਤੇ ਬੜੀ ਕਹਿਰ ਬਣ ਕੇ ਟੁੱਟੀ। ਇਸ ਨਾਲ ਜਿੱਥੇ ਪੰਜਾਬ ਦੇ 2 ਟੋਟੇ ਹੋਏ, ਉੱਥੇ ਨਾਲ ਪੰਜਾਬੀ ਲੋਕਾਂ ਦੀ ਚਿਰਾਂ ਤੋਂ ਬਣੀ ਭਾਈਚਾਰਕ ਸਾਂਝ ਵੀ ਟੁੱਟ ਗਈ। ਪੰਜਾਬ ਦੇ ਲੋਕ ਸੱਭਿਆਚਾਰਕ ਰਿਸ਼ਤਿਆਂ ਵਿੱਚ ਆਈ ਇਸ ਦਰਾੜ ਦੇ ਦਰਦ 'ਚੋਂ ਅਜੇ ਉੱਭਰੇ ਨਹੀਂ ਸੀ ਕਿ 1 ਨਵੰਬਰ 1966 ਨੂੰ ਭਾਸ਼ਾ ਦੇ ਆਧਾਰ 'ਤੇ ਪੰਜਾਬ ਰਾਜ ਨੂੰ 3 ਹਿੱਸਿਆਂ 'ਚ ਵੰਡਤਾ, ਜਿਸ ਦੇ ਨਤੀਜੇ ਵਜੋਂ ਅੱਜ ਦਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਅੱਜ ਦਾ ਜਿਸ ਪੰਜਾਬ ਵਿੱਚ ਅਸੀਂ ਰਹਿ ਰਹੇ ਹਾਂ, ਇਹ ਤਿੰਨੇ ਹੋਂਦ 'ਚ ਆਏ। ਪੰਜਾਬ ਦੇ ਭੂਗੋਲਿਕ ਨਕਸ਼ੇ ਤੋਂ ਹਰਿਆਣਾ ਅਤੇ ਹਿਮਾਚਲ ਸਦਾ ਲਈ ਬਾਹਰ ਹੋ ਗਏ। ਪੰਜਾਬੀ ਸੱਭਿਆਚਾਰ ਦੇ ਕੁਝ ਪ੍ਰਮੁੱਖ ਵੱਖਰੇ ਲੱਛਣ ਵੀ ਹੈ, ਇਹਨਾਂ ਬਾਰੇ ਜਾਣਨਾ ਵੀ ਬੇਟਾ ਜ਼ਰੂਰੀ ਹੈ। ਕਿਹੜੇ ਉਹ ਲੱਛਣ ਹੈ ਜਿਹੜੇ ਦੂਜੇ ਸੱਭਿਆਚਾਰਾਂ ਤੋਂ ਪੰਜਾਬੀ ਸੱਭਿਆਚਾਰ ਨੂੰ ਵੱਖਰੇ ਕਰਦੇ ਆ। ਦੁਨੀਆ ਭਰ ਦੇ ਸੱਭਿਆਚਾਰਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੇ ਕੁਝ ਵਿਲੱਖਣ ਪਛਾਣ ਚਿੰਨ੍ਹ ਹੈ। ਪੰਜਾਬ ਹਿੰਦੁਸਤਾਨ ਦਾ ਸਰਹੱਦੀ ਸੂਬਾ, ਸਰਹੱਦ 'ਤੇ ਹੋਣ ਕਰਕੇ ਇਹਨੂੰ ਸਰਹੱਦੀ ਸੂਬਾ ਕਿਹਾ ਜਾਂਦਾ ਹੈ। ਇੱਥੋਂ ਦੇ ਲੋਕ ਸੂਰਮਿਆਂ ਅਤੇ ਬਹਾਦਰਾਂ ਦੀ ਕੌਮ ਹੈ। ਇਸ ਲਈ ਪੰਜਾਬੀਆਂ ਵਿੱਚ ਕੁਰਬਾਨੀ ਦਾ ਜਿਹੜਾ ਜਜ਼ਬਾ ਹੈ ਉਹ ਬੜਾ ਕੁੱਟ-ਕੁੱਟ ਕੇ ਭਰਿਆ ਹੋਇਆ। ਪ੍ਰੋਫੈਸਰ ਪੂਰਨ ਸਿੰਘ ਪੰਜਾਬ ਦੇ ਨੌਜਵਾਨਾਂ ਵਾਸਤੇ ਕਹਿੰਦੇ ਆ ਕਿ ਇਹ ਬੇਪਰਵਾਹ ਜਵਾਨ ਪੰਜਾਬ ਦੇ ਮੌਤ ਨੂੰ ਕਰਨ ਮਖੌਲਾਂ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ ਪਰ ਟਹਿ ਨਾ ਮੰਨਣ ਕਿਸੇ ਦੀ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜ਼ਾਲਮ ਹਾਕਮਾਂ ਅੱਗੇ ਪੰਜਾਬੀ ਲੋਕ ਕਦੇ ਨਹੀਂ ਝੁਕੇ। ਇਹਨਾਂ ਦੀ ਅਣਖ ਨੂੰ ਜਦੋਂ ਕੋਈ ਵੰਗਾਰ ਪਾਉਂਦਾ ਤਾਂ ਇਹ ਜਵਾਬ ਦੇਣਾ ਚੰਗੀ ਤਰ੍ਹਾਂ ਜਾਣਦੇ ਆ। ਪੰਜਾਬ ਰਾਜ ਦੇਸ਼ ਦਾ ਅੰਨ ਭੰਡਾਰ ਹੋਣ ਕਰਕੇ ਇਸ ਖਿੱਤੇ ਦੇ ਲੋਕ ਕਿਸੇ ਤੋਂ ਭੀਖ ਨਹੀਂ ਮੰਗਦੇ। ਪੰਜਾਬੀ ਲੋਕਾਂ ਬਾਰੇ ਇਹ ਗੱਲ ਪਹਿਲਾਂ ਪ੍ਰਸਿੱਧ ਰਹੀ ਹੈ ਕਿ ਇਹ ਆਪਣੇ ਹੱਥੀਂ ਨਲਕਾ ਲਾ ਕੇ ਪਾਣੀ ਪੀਂਦੇ ਆ। ਸੋ ਜਾਣੀ ਇਹ ਭੀਖ ਮੰਗਣਾ ਪੰਜਾਬੀਆਂ ਦੇ ਸੁਭਾਅ 'ਚ ਸ਼ਾਮਲ ਨਹੀਂ ਹੈ। ਸੋ ਬਾਬਾ ਫਰੀਦ ਪੰਜਾਬੀ ਲੋਕਾਂ ਦੇ ਇਸ ਤਰ੍ਹਾਂ ਦੇ ਸੁਭਾਅ ਬਾਰੇ ਜ਼ਿਕਰ ਕਰਦੇ ਆ। ਉਹ ਦੱਸਦੇ ਆ ਕਿ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰ ਲੈ। ਭਾਵ ਫਰੀਦ ਜੀ ਵੀ ਇਹ ਗੱਲ ਕਹਿੰਦੇ ਆ ਕਿ ਪਰਮਾਤਮਾ ਮੈਨੂੰ ਕਿਸੇ ਦੇ ਦਰ 'ਤੇ ਬੈਠਣ ਨਾ ਦੇਈਂ, ਭਾਵ ਮੰਗਣ ਨਾ ਦੇਈਂ। ਜੇ ਤੂੰ ਮੈਨੂੰ ਇਸ ਤਰ੍ਹਾਂ ਦੀ ਸਜ਼ਾ ਦੇਵੇਂ, ਇਹਦੇ ਨਾਲੋਂ ਚੰਗਾ ਕਿ ਤੂੰ ਮੇਰਾ ਸਰੀਰ ਹੀ ਲੈ ਲੈ, ਮੈਨੂੰ ਮਾਰ ਹੀ ਦੇਵੇਂ। ਪੰਜਾਬੀ ਸੱਭਿਆਚਾਰ ਦਾ ਬੇਟਾ ਇੱਕ ਹੋਰ ਲੱਛਣ ਇਹਦਾ ਮਿੱਸਾਪਣ ਹੈ। ਮਿੱਸਾਪਣ ਕੀ ਹੁੰਦਾ ਹੈ ਕਿ ਪੰਜਾਬ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਹਮਲਾਵਰ ਆਏ, ਮੁਗਲ ਆਏ, ਅੰਗਰੇਜ਼ ਆਏ, ਉਸ ਤੋਂ ਪਹਿਲਾਂ ਵੀ ਕਈ ਜਾਤੀਆਂ ਪੰਜਾਬ ਵਿੱਚ ਆਈਆਂ। ਉਹ ਜਦੋਂ ਇੱਥੇ ਆਏ ਉਹ ਆਪਣਾ ਕਲਚਰ ਜਿਹੜਾ ਨਾਲ ਲੈ ਕੇ ਆਏ। ਸੋ ਇਸ ਕਰਕੇ ਉਹਨਾਂ ਦਾ ਆਪਣੀ ਭਾਸ਼ਾ, ਆਪਣਾ ਸੱਭਿਆਚਾਰ ਪੰਜਾਬ 'ਤੇ ਆ ਕੇ ਲਾਗੂ ਕਰਨ ਦਾ ਯਤਨ ਕੀਤਾ। ਸੋ ਇਸ ਲਈ
ਉਹਨਾਂ ਦੇ ਸੱਭਿਆਚਾਰਾਂ ਦਾ ਪੰਜਾਬੀ ਸੱਭਿਆਚਾਰ 'ਤੇ ਪ੍ਰਭਾਵ ਪੈਣਾ ਕੁਦਰਤੀ ਸੀ। ਉਹ ਮਿੱਸਾਪਨ ਕੀ ਹੈ ਕਿ ਪੰਜਾਬੀ ਸੱਭਿਆਚਾਰ ਬੜੇ ਦਰੁਸਤ ਹਾਜ਼ਮੇ ਵਾਲਾ ਹੈ। ਇਹਨੇ ਵੱਖਰੇ ਵੱਖਰੇ ਸੱਭਿਆਚਾਰਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਅੰਦਰ ਸਮਾ ਲਈਆਂ, ਹਜ਼ਮ ਕਰ ਲਈਆਂ। ਸੋ ਜਾਣੀ ਉਹ ਭਾਵੇਂ ਭਾਸ਼ਾ ਦੇ ਸ਼ਬਦ ਹੋਣ ਜਾਂ ਕੋਈ ਰੀਤੀ ਰਿਵਾਜ ਹੋਵੇ ਜਾਂ ਖਾਣ ਪੀਣ ਜਾਂ ਪਹਿਰਾਵਾ ਹੋਵੇ, ਇਹ ਕਈ ਚੀਜ਼ਾਂ ਪੰਜਾਬੀ ਲੋਕਾਂ ਨੇ ਵੱਖਰੇ ਵੱਖਰੇ ਸੱਭਿਆਚਾਰਾਂ ਤੋਂ ਗ੍ਰਹਿਣ ਕਰ ਲਈਆਂ। ਅੱਜ ਪੈਂਟ ਕਮੀਜ਼ ਜੋ ਅਸੀਂ ਪਾਉਂਦੇ ਹਾਂ ਬੇਟਾ, ਇਹ ਸਾਡੇ ਕਲਚਰ ਦਾ ਹਿੱਸਾ ਨਹੀਂ ਸੀ, ਇਹ ਪੱਛਮੀ ਸੱਭਿਆਚਾਰ ਜਾਂ ਅੰਗਰੇਜ਼ਾਂ ਨੇ ਸਾਨੂੰ ਦਿੱਤਾ। ਸੋ ਜਾਣੀ ਟਾਈ ਬੂਟ ਇਸ ਤਰ੍ਹਾਂ ਦੀ ਜਿਹੜੀ ਅੱਜ ਕੱਲ੍ਹ ਆਧੁਨਿਕ ਬੰਦੇ ਦੀ ਜਿਸ ਤਰ੍ਹਾਂ ਦੀ ਬਣਤਰ ਹੈ, ਜਿਸ ਤਰ੍ਹਾਂ ਦਾ ਉਹਦਾ ਪਹਿਰਾਵਾ ਹੈ, ਇਹ ਸਾਰਾ ਅਸੀਂ ਅੰਗਰੇਜ਼ਾਂ ਤੋਂ ਜਾਂ ਪੱਛਮੀ ਸੱਭਿਆਚਾਰ ਤੋਂ ਲਿਆ ਹੋਇਆ। ਸੋ ਜਾਣੀ ਦਰੁਸਤ ਹਾਜ਼ਮੇ ਵਾਲਾ ਪੰਜਾਬੀ ਸੱਭਿਆਚਾਰ ਇਹ ਹੈ ਕਿ ਇਸ ਨੇ ਵੱਖਰੇ ਵੱਖਰੇ ਸੱਭਿਆਚਾਰਾਂ ਤੋਂ ਕਈ ਚੀਜ਼ਾਂ ਜਿਹੜੀਆਂ ਆਪਣੇ ਅੰਦਰ ਹਜ਼ਮ ਕੀਤੀਆਂ। ਇਸ ਲਈ ਪੰਜਾਬੀ ਸੱਭਿਆਚਾਰ ਨੂੰ ਬਹੁ ਨਸਲੀ, ਬਹੁ ਜਾਤੀ, ਬਹੁ ਕੌਮੀ ਹੋਣ ਦਾ ਮਾਣ ਵੀ ਹਾਸਲ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਵੇਲੇ ਪੰਜਾਬੀ ਆਪਣੀ ਮਿਹਨਤ ਲਈ ਜਾਣੇ ਜਾਂਦੇ ਸੀ, ਮਿਸਾਲ ਸਨ ਸੰਸਾਰ ਭਰ ਲਈ। ਇਸੇ ਮਿਹਨਤ ਸਦਕਾ ਹੀ ਦੇਸ਼ ਦੀਆਂ ਲੋੜਾਂ, ਅਨਾਜ ਭੰਡਾਰ, ਹਰੀ ਕ੍ਰਾਂਤੀ ਇਹਨਾਂ ਨੇ ਲੈ ਕੇ ਆਂਦੀ। ਦਰਿਆਈ ਪਾਣੀ ਰਜਵੇਂ ਹੋਣ ਕਰਕੇ ਸੂਬੇ ਦੀ ਆਰਥਿਕਤਾ ਸੁਧਰੇ ਰੂਪ ਵਾਲੀ ਰਹੀ। ਹਾਲਾਂਕਿ ਸਮੇਂ ਦੇ ਬਦਲਾਅ ਅਤੇ ਕੁਦਰਤੀ ਸਾਧਨਾਂ ਦੇ ਘਟਣ ਅਤੇ ਰਾਜਨੀਤਿਕ ਕਾਰਨਾਂ ਕਰਕੇ ਪੰਜਾਬ ਦੇ ਲੋਕ ਬਿਹਤਰ ਅਤੇ ਖੁਸ਼ਹਾਲ ਜੀਵਨ ਲਈ ਪੜ੍ਹ ਲਿਖ ਕੇ ਬਾਹਰਲੇ ਮੁਲਕਾਂ ਵਿੱਚ ਜਾ ਵਸੇ। ਅੱਜ ਵੀ ਇਹ ਰੁਝਾਨ ਵੱਡੇ ਪੱਧਰ 'ਤੇ ਚੱਲ ਰਿਹਾ। ਰੋਜ਼ਾਨਾ ਦੇ ਕਾਰ ਵਿਹਾਰ ਵਿਚਲੇ ਬਦਲਾਅ ਨਾਲ ਮਨੁੱਖੀ ਸੁਭਾਅ ਵਿੱਚ ਤਬਦੀਲੀ ਆਉਣੀ ਜ਼ਰੂਰੀ ਹੈ, ਜਿਸ ਨਾਲ ਲੋਕਾਂ ਦਾ ਇੱਕ ਦੂਜੇ ਪ੍ਰਤੀ ਰਵੱਈਆ ਵੀ ਬਦਲ ਰਿਹਾ। ਸੋ ਇਹ ਗੱਲ ਬਿਲਕੁਲ ਸਹੀ ਹੈ ਕਿ ਵਿਸ਼ਵ ਪੱਧਰ 'ਤੇ ਜਿਹੜੀਆਂ ਤਬਦੀਲੀਆਂ ਵਾਪਰ ਰਹੀਆਂ, ਉਹਨਾਂ ਨੇ ਪੰਜਾਬ ਦੀ, ਪੰਜਾਬੀ ਬੰਦੇ ਦੀ ਮਾਨਸਿਕਤਾ ਵਿੱਚ ਵੀ ਪਰਿਵਰਤਨ ਲਿਆਂਦਾ। ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ, ਪੱਛਮੀ ਸੱਭਿਅਤਾ ਦੀ ਦੌੜ, ਸੁਖਾਲਾ ਜੀਵਨ ਜਿਉਣ ਦੀ ਵੱਧ ਰਹੀ ਤਾਂਘ ਆਦਿ ਅਜਿਹੇ ਰੁਝਾਨਾਂ ਦੇ ਚਲਦਿਆਂ ਪੰਜਾਬੀ ਸੱਭਿਆਚਾਰ ਬਹੁਤ ਪ੍ਰਭਾਵਿਤ ਹੋ ਵੀ ਰਿਹਾ। ਇਸ ਤੱਥ ਵਿੱਚ ਦੋ ਰਾਇਵਾਂ ਨਹੀਂ ਹਨ ਕਿ ਕਿਸੇ ਖਿੱਤੇ ਵਿਸ਼ੇਸ਼ ਦਾ ਸੱਭਿਆਚਾਰ ਸਮਾਜ ਵਿੱਚ ਵਾਪਰ ਰਹੀਆਂ ਤਬਦੀਲੀਆਂ ਦੇ ਨਾਲ ਨਾਲ ਬਦਲਣਾ ਸੁਭਾਵਿਕ ਹੈ। ਸੱਭਿਆਚਾਰ ਕੋਈ ਜੜ ਵਸਤੂ ਨਹੀਂ ਹੈ, ਇਹਦੇ ਸੁਭਾਅ ਵਿੱਚ ਪਰਿਵਰਤਨ ਸ਼ਾਮਲ ਹੈ। ਕੋਈ ਵੀ ਸੱਭਿਆਚਾਰ ਇੱਕ ਤਰੀਕੇ ਨਾਲ ਕਦੇ ਵੀ ਚੱਲਦਾ ਨਹੀਂ ਰਹਿ ਸਕਦਾ, ਇਹ ਹਮੇਸ਼ਾ ਪਰਿਵਰਤਨਸ਼ੀਲ ਰਹਿੰਦਾ ਹੈ, ਬਦਲਦਾ ਰਹਿੰਦਾ। ਪਰ ਫਿਰ ਵੀ ਬੇਸ਼ੱਕ ਪੰਜਾਬੀ ਸੱਭਿਆਚਾਰ ਵਿੱਚ ਪਿਛਲੇ ਕਾਫੀ ਸਮੇਂ ਤੋਂ ਬਹੁਤ ਬਦਲਾਅ ਆਏ ਨੇ, ਬੜਾ ਪਰਿਵਰਤਨ ਆਇਆ, ਪਰ ਫਿਰ ਵੀ ਪੰਜਾਬੀ ਸੱਭਿਆਚਾਰ ਆਪਣੇ ਮੂਲ ਨੂੰ ਸਾਂਭ ਕੇ ਰੱਖ ਰਿਹਾ। ਪੰਜਾਬੀ ਸੱਭਿਆਚਾਰ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਸਾਡੇ ਸਾਹਮਣੇ ਪੇਸ਼ ਹੈ। ਇਸ ਲਈ ਇਹ ਗੱਲ ਕਿ ਪੰਜਾਬੀ ਸੱਭਿਆਚਾਰ ਸਾਰੇ ਦਾ ਸਾਰਾ ਹੀ ਬਦਲ ਰਿਹਾ, ਇਹ ਗੱਲ ਨਹੀਂ ਹੈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਮੇਂ ਦੇ ਅਤੇ ਵਿਸ਼ਵ ਪੱਧਰ 'ਤੇ ਚੱਲ ਰਹੀਆਂ ਪਰਿਸਥਿਤੀਆਂ ਕਰਕੇ ਬਦਲਦੀਆਂ ਰਹਿੰਦੀਆਂ, ਲੇਕਿਨ ਸੱਭਿਆਚਾਰ ਕੋਈ ਵੀ ਹੈ ਉਹ ਆਪਣੇ ਮੂਲ ਸਿਧਾਂਤਾਂ ਨੂੰ ਨਾਲ ਲੈ ਕੇ ਚੱਲਦਾ ਹੈ। ਉਹ ਸਾਰੇ ਦਾ ਸਾਰਾ ਕਦੇ ਵੀ ਨਹੀਂ ਬਦਲਦਾ। ਸੋ ਇਹ ਬੇਟਾ ਪਾਠ ਸੀ ਪੰਜਾਬੀ ਸੱਭਿਆਚਾਰ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਪਾਠ ਵਿੱਚੋਂ ਕਾਫੀ ਗੱਲਾਂ ਸਮਝ ਆਈਆਂ ਹੋਣਗੀਆਂ। ਅਗਲੀ ਔਨਲਾਈਨ ਕਲਾਸ ਲੈ ਕੇ ਆਪਾਂ ਫੇਰ ਮਿਲਾਂਗੇ ਬੇਟਾ। ਤਦ ਤੱਕ ਲਈ ਸਾਰੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।